श्री वाहिगुरु साहिब जी। तेरी शरण मेरे दीन दयाला, सुख सागर मेरे गुर गोपाला। कर कृपा नानक गुण गावे, राखो सरम असाड़ी जियो। कवन बढ़ाई कह सकूं, बेअंत गुणीता। कर कृपा मोहे नाम देहो, नानक दर सरिता। कर कृपा मोहे नाम देहो, नानक दर सरिता। परम सन्मान जो जुगो जुग अटल, शब्द गुरु बाणी के बोहित तन तन श्री गुरु ग्रंथ साहब महाराज जी की पावन पवित्र वारगा दे विच सबाईमान होए बैठे सतसंगी जनों, सतगुरां दी अपार कृपा सदका भगतां दी उचारण की हुई अमृत बाणी, जिसकी लड़ीवार विचार पिछले समय तो आरंभ की है। भगतां ने जिहड़ा रूहानी ज्ञान बख्शिश किया है, उस ज्ञान के राही इस मनुखा जीवन नूं सरबत माई भाई संगतां सवारन का यतन कर रही हैं कि साडी जिंदगी भी सवर जाए, मिलिया होया जीवन ये सफला ते सकारत हो जाए। क्योंकि साडा जीवन सकारत नहीं हुंदा, उसदे पिछे गुरु तेग बहादुर महाराज कहते हैं एक ही कारण है, गुण गोबिंद गायो नहीं जन्म अकारत कीन। जिन्हों ने गोबिंद के गुण नहीं गाए, परमेश्वर की बंदगी नहीं की, उन्हों का यह मनुखा जीवन जिहड़ा है वो अकारथ चला जाता है, व्यर्थ चला जाता है, सफला नहीं होंदा। क्योंकि सानू जाच भी नहीं है ये अपने जीवन असीं किवें सफला करिए, किद्दां आपां अपने जीवन नूं गुरु चरनां जोड़ सकते हाँ। किहड़ी किहड़ी जीवन विच औंकड़ां ने साडे प्रभु मिलाप दे विच, साडी जिंदगी विच सफला होण दे विच किहड़ी घाट है सारे जीवन विच, वो सारियां जिहड़ियां गल्लां वो भगतां ने सानू अपनी बाणी राहीं दर्शाईयां हन भी आपां किस तरह अपने जीवन दे विच किहड़ियां गल्लां छड्ड के किहड़ियां गल्लां नाल जुड़ के इस जीवन नूं सफला करना। आओ अज दी जो विचार है, इस विचार अधीन बिलावल राग दे विच अज 8वां शब्द है। डंडा मुंदरा खिंता आधारी, प्रमुख कै भाए भवै पेग तारी। आसन पवन दूर कर बवरे, छोड़ कपट नित हर भज बवरे रहो। पावन अंक 856 के उत्ते ये पावन शब्द दर्ज है। और जितने भी इस संसार दे विच असल विच अपने आप नूं मनुख धर्मी समझते हैं, क्योंकि जीवन का यह भी बहुत बड़ा भुलेखा कि जो मनुख अपने आप नूं धर्मी समझ लवे और उसके जीवन च जो धर्म नहीं हुंदा तो वह हमेशा ही दुखी हुंदा है। क्योंकि राजे का पुत्र राजे वाले गुण ना सके,
ਸਿਰਫ ਇਹ ਗੁਮਾਨ ਕਰ ਲਵੇ ਕਿ ਮੈਂ ਰਾਜੇ ਦਾ ਪੁੱਤਰ ਹਾਂ, ਤਾਂ ਉਸਦੇ ਜੀਵਨ ਵਿੱਚ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੋ ਆਓ ਪਾਵਨ ਸ਼ਬਦ ਦਾ ਮੂਲ ਪਾਠ ਕਰਾਂਗੇ। ਸਾਰਿਆਂ ਨੇ ਆਪੋ ਆਪਣੀਆਂ ਹਾਜ਼ਰੀਆਂ ਗੁਰੂ ਚਰਨਾਂ 'ਚ ਲਵਾਉਣੀਆਂ ਜੀ। ਪ੍ਰੇਮ ਸਹਿਤ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਡੰਡਾ ਮੁੰਦਰਾ ਖਿੰਤਾ ਆਧਾਰੀ, ਬ੍ਰਹਮ ਕੈ ਭਾਏ ਭਵੈ ਭੇਖ ਧਾਰੀ। ਆਸਨ ਪਵਨ ਦੂਰ ਕਰ ਬਵਰੇ, ਛੋੜ ਕਪਟ ਨਿਤ ਹਰ ਭਜ ਬਵਰੇ। ਰਹਾਉ ਜੇ ਤੂੰ ਜਾਚੈ ਸੋ ਤ੍ਰਿਭਵਨ ਭੋਗੀ, ਕਹਿ ਕਬੀਰ ਕੇਸੋ ਜਗ ਜੋਗੀ। ਜੇ ਤੂੰ ਜਾਚੈ ਸੋ ਤ੍ਰਿਭਵਨ ਭੋਗੀ, ਕਹਿ ਕਬੀਰ ਕੇਸੋ ਜਗ ਜੋਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਵਿਚਾਰ ਦੇ ਰਾਹੀਂ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਇਹ ਗਿਆਨ ਬਖਸ਼ਿਸ਼ ਕੀਤਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਢੰਗ ਦੇ ਨਾਲ, ਕਿਸ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਸਵਾਰ ਸਕਦੇ ਹਾਂ, ਸ਼ਿੰਗਾਰ ਸਕਦੇ ਹਾਂ ਅਤੇ ਪਰਮੇਸ਼ਰ 'ਚ ਅਭੇਦ ਹੋ ਸਕਦੇ ਹਾਂ। ਆਸਨ ਪਵਨ ਦੂਰ ਕਰ ਬਵਰੇ। ਆਸਨ ਦਾ ਅਰਥ ਹੁੰਦਾ ਯੋਗ ਅਭਿਆਸ ਦੇ ਆਸਨ। ਪਵਨ ਦਾ ਅਰਥ ਹੈ ਪ੍ਰਾਣਾਯਾਮ। ਦੂਰ ਕਰ ਬਵਰੇ, ਬਵਰੇ ਦਾ ਅਰਥ ਹੈ ਹੇ ਕਮਲੇ ਜੋਗੀ। ਅਸਲ ਵਿੱਚ ਜੋਗੀ ਨੂੰ ਇੱਕ ਬਹੁਤ ਵੱਡਾ ਭੁਲੇਖਾ ਪੈ ਗਿਆ। ਭਗਤ ਕਬੀਰ ਸਾਹਿਬ ਕਹਿੰਦੇ ਕਿ ਮੈਂ ਯੋਗ ਅਭਿਆਸ ਦੇ ਆਸਨ ਕਰਦਾ, ਮੈਂ ਪ੍ਰਾਣਾਯਾਮ ਕਰਦਾ, ਔਰ ਇਸ ਢੰਗ ਦੇ ਨਾਲ ਮੈਨੂੰ ਰੱਬ ਦੀ ਪ੍ਰਾਪਤੀ ਹੋ ਜਾਵੇ। ਗੁਰਮਤਿ ਕਹਿੰਦੀ ਹੈ ਕਿ ਪ੍ਰਾਣਾਯਾਮ ਕਰਨੇ ਜਾਂ ਯੋਗ ਅਭਿਆਸ ਦੇ ਆਸਨ ਲਾਣੇ, ਇਹਦੇ ਨਾਲ ਸਰੀਰ ਤਾਂ ਸਵਸਥ ਹੋ ਸਕਦਾ ਪਰ ਮਨ ਸਵਸਥ ਨਹੀਂ ਹੋ ਸਕਦਾ। ਮਨ ਦਾ ਰੋਗ ਦੂਰ ਨਹੀਂ ਹੋ ਸਕਦਾ। ਔਰ ਜੇ ਮਨ ਰੋਗੀ ਹੈ, ਮਨ ਦੇ ਵਿੱਚ ਹਉਮੈ ਹੈ, ਮਨ ਵਿੱਚ ਅਹੰਕਾਰ ਹੈ, ਤੇ ਇਹ ਮਨ ਉਸ ਪ੍ਰਭੂ ਦਾ ਰੂਪ ਨਹੀਂ ਹੋ ਸਕਦਾ, ਕਿਉਂਕਿ ਦੋਨਾਂ ਦੇ ਵਿੱਚ ਵਿਰੋਧ ਹੈ। ਮਰ ਕਹਿੰਦੇ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਹਉਮੈ ਦਾ ਅਤੇ ਨਾਮ ਦਾ ਆਪਸ ਵਿੱਚ ਟਕਰਾਓ ਹੈ। ਇਹ ਦੋਨੋਂ ਇੱਕ ਥਾਂ 'ਤੇ ਕਦੀ ਵੀ ਇਕੱਠੇ ਨਹੀਂ ਹੋ ਸਕਦੇ, ਕਦੀ ਵੀ ਇੱਕ ਥਾਂ 'ਤੇ ਨਹੀਂ ਵਸਦੇ। ਇਸ ਕਰਕੇ ਇਹਨਾਂ ਦੋਨਾਂ ਦਾ ਆਪਸੀ ਵਿਰੋਧ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਖੁੱਲ੍ਹੇ ਲਫ਼ਜ਼ਾਂ ਦੇ ਵਿੱਚ ਯੋਗ ਅਭਿਆਸ ਦੇ ਪ੍ਰਾਣਾਯਾਮ ਨੂੰ ਕਪਟ ਕਹਿ ਰਹੇ ਹਨ, ਔਰ ਕਹਿ ਰਹੇ ਨੇ ਕਿ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਤਿਆਗ। ਕਿਉਂਕਿ ਕਿਸੇ ਜੋਗੀ ਨੂੰ ਸਮਝਾਉਂਦੇ ਹਨ ਕਿ ਇਹ ਕੁਰਾਹ ਛੱਡ ਦੇ, ਇਹ ਮਾਇਆ ਦੀ ਖਾਤਰ ਇਹ ਜਿਹੜਾ ਪਾਖੰਡ ਕਰ ਰਿਹਾ ਇਸ ਨੂੰ ਤਿਆਗ ਦੇਵੇ। ਕਿਉਂਕਿ ਯੋਗ ਅਭਿਆਸੀ ਪ੍ਰਾਣਾਯਾਮ ਬਾਬਤ ਕਬੀਰ ਸਾਹਿਬ ਨੇ ਆਪਣੇ ਇਸ ਸ਼ਬਦ ਵਿੱਚ ਜੋ ਖਿਆਲਾਤ ਜੋਗੀ ਦੇ ਸਨ ਜਾਂ ਸਵਾਰਥੀ ਲੋਕਾਂ ਦੀਆਂ ਘੜੀਆਂ ਹੋਈਆਂ ਕਹਾਣੀਆਂ ਸਨ, ਉਹਨਾਂ ਸਾਰੀਆਂ ਕਹਾਣੀਆਂ ਨੂੰ ਮਿੱਥਿਆ ਕਹਿ ਕੇ ਇੱਥੇ ਦੱਸ ਦਿੱਤਾ ਹੈ ਕਿ ਇਹ ਬਹੁਤ ਵੱਡੀ ਭੁੱਲ ਹੋਏਗੀ ਕਿ ਅਸੀਂ ਯੋਗ ਅਭਿਆਸ ਦੇ ਇਹਨਾਂ ਆਸਨਾਂ ਨੂੰ ਜਾਂ ਪ੍ਰਾਣਾਯਾਮ ਨੂੰ ਰੱਬ ਦੀ ਪ੍ਰਾਪਤੀ ਦਾ ਸਾਧਨ ਮੰਨ ਲਈਏ, ਤੇ ਇਹ ਬਹੁਤ ਵੱਡੀ ਭੁੱਲ ਹੈ। ਇਸ ਢੰਗ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ, ਪਰਮੇਸ਼ਰ ਦੇ ਨਾਲ ਸਾਂਝ ਨਹੀਂ ਬਣ ਸਕਦੀ। ਇਸ ਕਰਕੇ ਭਗਤ ਜੀ ਕਹਿੰਦੇ ਹੇ ਝੱਲੇ ਜੋਗੀ, ਯੋਗ ਅਭਿਆਸ ਤੇ ਪ੍ਰਾਣਾਯਾਮ ਨੂੰ ਤਿਆਗ। ਆਸਨ ਪਵਨ ਦੂਰ ਕਰ ਬਵਰੇ, ਛੋੜ ਕਪਟ ਨਿਤ ਹਰ ਭਜ ਬਵਰੇ। ਇਸ ਪਾਖੰਡ ਨੂੰ ਛੱਡ,
ਭਗਤ ਕਬੀਰ ਸਾਹਿਬ ਨੇ ਤਾਂ ਸਰੇਆਮ ਇਸ ਨੂੰ ਪਾਖੰਡ ਕਹਿ ਰਹੇ ਹਨ, ਜਿਹੜਾ ਕਿ ਉਹ ਯੋਗ ਅਭਿਆਸ ਦੇ ਆਸਨ ਲਾ ਰਿਹਾ, ਜਿਹੜਾ ਉਹ ਮਨੁੱਖ ਪ੍ਰਾਣਾਯਾਮ ਕਰ ਰਿਹਾ ਔਰ ਇਸ ਭੁਲੇਖੇ ਵਿੱਚ ਕਰ ਰਿਹਾ ਹੈ ਕਿ ਇਸ ਢੰਗ ਦੇ ਨਾਲ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ, ਰੱਬ ਦੀ ਨੇੜਤਾ ਹਾਸਲ ਹੋ ਜਾਂਦੀ ਹੈ। ਭਗਤ ਜੀ ਕਹਿੰਦੇ ਇਹ ਪਾਖੰਡ ਹੈ, ਇਸ ਪਾਖੰਡ ਨੂੰ ਛੱਡ ਦੇ। ਪਾਖੰਡ ਦਾ ਅਰਥ ਕੀ ਹੁੰਦਾ ਹੈ? ਜੇ ਗੁਰਮਤਿ ਨੂੰ ਸਮਝੀਏ ਤਾਂ ਪਾਖੰਡ ਦਾ ਅਰਥ ਹੈ ਜਿਸ ਦੇ ਵਿੱਚ ਸਾਡਾ ਮਨ ਖੰਡ ਖੰਡ ਹੋਵੇ, ਉਹ ਸਭ ਕੁਝ ਪਾਖੰਡ ਹੈ। ਮਨ ਕੁਝ ਹੋਰ ਕਰ ਰਿਹਾ ਹੈ, ਤਨ ਕੁਝ ਹੋਰ ਕਰ ਰਿਹਾ ਹੈ। ਜੇ ਅਸੀਂ ਵੀ ਪਾਠ ਕਰ ਰਹੇ ਹਾਂ ਅਤੇ ਮਨ ਕਿਤੇ ਹੋਰ ਹੈ, ਤਨ ਕਿਤੇ ਹੋਰ ਹੈ, ਅਸੀਂ ਵੀ ਪਾਖੰਡੀ ਹਾਂ। ਗੁਰਮਤਿ ਨੇ ਹਰ ਇੱਕ ਪ੍ਰਾਣੀ ਮਾਤਰ ਨੂੰ ਦੱਸਿਆ ਕਿ ਪਾਖੰਡ ਹੈ ਹੀ ਉਹ ਜਿਸ ਦੇ ਵਿੱਚ ਮਨੁੱਖ ਦਾ ਮਨ ਖੰਡ ਖੰਡ ਹੈ, ਟੋਟੇ ਟੋਟੇ ਹੋਇਆ, ਉਸ ਕੰਮ ਦੇ ਵਿੱਚ ਹੈ ਹੀ ਨਹੀਂ ਹੈ। ਜਾਂ ਉਸ ਕੰਮ ਨੂੰ ਕਿਸੇ ਲਾਲਚ ਵਸ, ਕਿਸੇ ਵਾਸਨਾ ਵਸ, ਕਿਸੇ ਧਨ ਦੀ ਪ੍ਰਾਪਤੀ ਕਰਕੇ ਕੀਤਾ ਜਾ ਰਿਹਾ, ਉਹ ਸਾਰੇ ਕੰਮ ਪਾਖੰਡ ਹਨ। ਉਸ ਨੇ ਗੁਰਮਤਿ ਨੂੰ ਧਰਮ ਦਾ ਕਾਰਜ ਜਾਂ ਧਰਮ ਦਾ ਕੰਮ ਨਹੀਂ ਮੰਨਿਆ। ਇੱਥੇ ਵੀ ਭਗਤ ਜੀ ਕਹਿੰਦੇ ਵੀ ਇਹ ਤਾਂ ਨੀਰਾ ਪਾਖੰਡ ਹੈ, ਜਿਹੜਾ ਤੂੰ ਯੋਗ ਅਭਿਆਸ ਦੇ ਆਸਨ ਕਰ ਰਿਹਾ, ਪ੍ਰਾਣਾਯਾਮ ਕਰ ਰਿਹਾ, ਇਸ ਨੂੰ ਤਿਆਗ ਦੇ, ਹੇ ਕਮਲੇ, ਹੇ ਝੱਲੇ ਜੋਗੀ। ਤੇ ਇਸ ਪਾਖੰਡ ਨੂੰ ਛੱਡ ਕੇ ਸਦਾ ਪ੍ਰਭੂ ਦੀ ਬੰਦਗੀ ਕਰ। ਛੋੜ ਕਪਟ ਨਿਤ ਹਰ ਭਜ ਬਵਰੇ, ਹੇ ਕਮਲੇ ਜੋਗੀ। ਕਹਿੰਦੇ ਨੇ ਇਹ ਕਪਟ ਛੱਡ ਕੇ, ਇਹ ਪਾਖੰਡ ਛੱਡ ਕੇ, ਕਿਉਂਕਿ ਬਹੁਤ ਸਾਰੇ ਲੋਕ ਨੇ ਮਹਾਰਾਜ ਬਾਣੀ 'ਚ ਲਿਖਦੇ ਨੇ, ਹਰ ਹਰ ਕਰੈ ਨਿਤ ਕਪਟ ਕਮਾਵੈ। ਹਰੀ ਹਰੀ ਵੀ ਕਰਦੇ ਨੇ, ਰੋਜ਼ ਕਪਟ ਦੇ ਕੰਮ ਵੀ ਕਰ ਰਿਹਾ। ਗੁਰਮਤਿ ਨੇ ਕਪਟ ਨੂੰ ਪ੍ਰਵਾਨ ਨਹੀਂ ਕੀਤਾ। ਇਸ ਕਰਕੇ ਭਗਤ ਜੀ ਇੱਥੇ ਕਹਿਣ ਲੱਗੇ ਵੀ ਇਹ ਜਿਹੜਾ ਤੂੰ ਕਪਟ ਕਰ ਰਿਹਾ ਹੈ, ਇਹ ਕਪਟ, ਇਹ ਪਾਖੰਡ, ਇਹ ਜੀਵਨ 'ਚੋਂ ਤਿਆਗ ਦੇ। ਪਾਖੰਡ ਕਿਉਂ ਤਿਆਗਣਾ? ਕਿਉਂਕਿ ਜਦੋਂ ਤੱਕ ਅਸੀਂ ਪਾਖੰਡਾਂ ਵਿੱਚ ਪਏ ਰਵਾਂਗੇ, ਕਰਮ ਕਾਂਡਾਂ ਵਿੱਚ ਪਏ ਰਵਾਂਗੇ, ਉਹਨਾਂ ਚਿਰ ਸਾਨੂੰ ਆਪਣੇ ਅਸਲੇ ਦੀ, ਆਪਣੇ ਵਜੂਦ ਦੀ, ਆਪਣੀ ਹਸਤੀ ਦੀ ਸਮਝ ਨਹੀਂ ਆਉਣੀ। ਕਿਉਂਕਿ ਜਿਹੜਾ ਮਨੁੱਖ ਕਰਮ ਕਾਂਡੀ ਕਿਰਿਆ ਕਰਦੇ ਨੇ, ਜਿਹੜੇ ਪਾਖੰਡੀ ਬਣ ਕੇ ਆਪਣੇ ਜੀਵਨ ਨੂੰ ਜਿਉਂਦੇ ਹਨ, ਉਹ ਮਨੁੱਖ ਕਦੀ ਵੀ ਆਪਣੇ ਅਸਲੇ ਤੱਕ, ਆਪਣੇ ਆਪ ਤੱਕ ਨਹੀਂ ਪਹੁੰਚ ਪਾਉਂਦੇ। ਉਹਨਾਂ ਨੂੰ ਕਦੀ ਇਹ ਅਹਿਸਾਸ ਹੁੰਦਾ ਹੀ ਨਹੀਂ ਕਿ ਮਨ ਤੂੰ ਜੋਤ ਸਰੂਪ ਹੈ, ਕਿ ਮਨ ਪਰਮਾਤਮਾ ਦਾ ਜੋਤ ਸਰੂਪ ਹੈ। ਉਹ ਕਦੀ ਇਹ ਕਹਿ ਨਹੀਂ ਪਾਉਂਦੇ ਕਿ ਆਪਣਾ ਮੂਲ ਪਛਾਣ। ਉਹ ਕਹਿੰਦੇ ਵੀ ਜੋ ਅਸੀਂ ਜਾਣਦੇ ਇਹੀ ਮੂਲ ਹੈ ਜੀਵਨ ਦਾ, ਹੋਰ ਕੋਈ ਮੂਲ ਨਹੀਂ ਹੈ ਜੀਵਨ ਦਾ। ਉਹਨਾਂ ਨੂੰ ਉਹ ਕਰਮ ਕਾਂਡ ਹੀ ਮੂਲ ਲੱਗਦਾ ਹੈ, ਕਰਮ ਕਾਂਡੀ ਜੀਵਨ ਹੀ ਉਹਨਾਂ ਨੂੰ ਲੱਗਦਾ ਵੀ ਇਸ ਤੋਂ ਉੱਪਰ ਹੋਰ ਕੋਈ ਜੀਵਨ ਨਹੀਂ ਹੈ। ਇਸ ਕਰਕੇ ਉਸ ਜੀਵਨ ਵਿੱਚ ਜਿੰਦੇ ਹੋਏ ਉਹ ਆਪਣੇ ਸਮੇਂ ਨੂੰ ਬਰਬਾਦ ਕਰਦੇ ਹਨ। ਇਸ ਕਰਕੇ ਭਗਤ ਜੀ ਨੇ ਇੱਕ ਤਾੜਨਾ ਕਰਦੇ ਆਖਿਆ ਹੈ ਇਸ ਸ਼ਬਦ ਦੇ ਰਾਹੀਂ ਕਿ ਹੇ ਜੋਗੀ, ਇਹ ਜਿਹੜਾ ਤੂੰ ਕਰਮ ਕਾਂਡ ਕਰਨਾ ਹੈ ਅਤੇ ਇਹ ਪਾਖੰਡ ਨੂੰ ਛੱਡ ਕੇ ਔਰ ਪਰਮਾਤਮਾ ਦੀ ਬੰਦਗੀ ਕਰ। ਕਿਉਂਕਿ ਜਦੋਂ ਤੱਕ ਸਾਡੇ ਜੀਵਨ ਵਿੱਚ ਕਰਮ ਕਾਂਡੀ ਕਿਰਿਆ ਹੈ ਔਰ ਉਹ ਕਿਰਿਆ ਸਾਡੇ ਨਾਲ ਮਨ ਤੱਕ ਜਾਣ ਵਾਲੀ ਨਹੀਂ, ਨਿਭਣ ਵਾਲੀ ਨਹੀਂ, ਉਸ ਨੂੰ ਤਾਂ ਗੁਰਬਾਣੀ ਕਹਿੰਦੀ ਜਮਾਂ ਦੀ ਜਗਾਤ ਪੈ ਜਾਂਦੀ ਹੈ। ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੁੱਟ ਹੈ। ਜਮਾਂ ਦੀ ਜਗਾਤ, ਟੈਕਸ। ਕਿਉਂਕਿ ਜਦੋਂ ਅਸੀਂ ਕਰਮ ਕਾਂਡ ਕਰਦੇ ਹਾਂ, ਤੀਰਥ ਆਦਿ ਵਰਤ ਆਦਿ ਦੀਆਂ ਕਿਰਿਆਵਾਂ ਦੇ ਵਿੱਚ ਖਚਿਤ ਹੁੰਦੇ ਹਾਂ, ਪ੍ਰਾਣਾਯਾਮ ਆਦਿ ਕਿਰਿਆਵਾਂ ਵਿੱਚ ਖਚਿਤ ਹੁੰਦੇ ਹਾਂ, ਤਾਂ ਸਮਝ ਲੈਣਾ ਕਿ ਉਹ ਸਾਰੀ ਹੀ ਕਿਰਿਆਵਾਂ, ਉਹਨਾਂ ਕਿਰਿਆਵਾਂ ਵਿੱਚ ਇਹ ਜਮਾਂ ਦੀ ਜਗਾਤ ਪੈਂਦੀ ਹੈ, ਟੈਕਸ ਲੱਗਦਾ ਭਾਉ। ਕਿ ਸਾਡਾ ਜਿਹੜਾ ਕੰਮ ਹੈ ਨਾ, ਉਹ ਸਾਰਾ ਹੰਕਾਰ ਵਸੀ ਹੀ ਹੁੰਦਾ ਹੈ। ਔਰ ਸਮਝ ਲਓ ਜਿੱਥੇ ਹੰਕਾਰ ਖੜ ਗਿਆ ਜਿਸ ਕੰਮ ਦੇ ਪਿੱਛੇ, ਉਹ ਜਮਾਂ ਦੀ ਜਗਾਤ ਲੱਗੀ ਉੱਥੇ। ਇਸ ਕਰਕੇ ਗੁਰਬਾਣੀ ਨੇ ਇੱਕ ਬੜਾ ਸਪਸ਼ਟ ਵਿਚਾਰ ਰੱਖਿਆ ਕਿ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜੀ ਛੁਟੈ। ਨਿਰਵਾਣ ਹੋ ਕੇ ਲਾਲਚ ਤੋਂ ਬਿਨਾਂ ਪਰਮਾਤਮਾ ਦੀ ਸਿਫਤ ਸਲਾਹ ਕਰਾ ਕਰ। ਇੱਕ ਨਿਮਕ ਦੇ ਵਿੱਚ ਇਹਨਾਂ ਵਿਕਾਰਾਂ ਤੋਂ ਤੇਰਾ ਛੁਟਕਾਰਾ ਹੋ ਜਾਏਗਾ, ਤੂੰ ਇਹਨਾਂ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਏਗਾ। ਨਿਰਵਾਣ ਹੋ ਕੇ ਲਾਲਚ ਤੋਂ ਬਿਨਾਂ ਪਰਮਾਤਮਾ ਦੀ ਸਿਫਤ ਸਲਾਹ ਕਰ। ਔਰ ਸਿਫਤ ਸਲਾਹ ਹੀ ਸਾਨੂੰ ਮੁਕਤ ਕਰ ਸਕਦੀ ਹੈ। ਇੱਥੇ ਭਗਤ ਕਬੀਰ ਸਾਹਿਬ ਜੀ ਯੋਗ ਅਭਿਆਸ ਪ੍ਰਾਣਾਯਾਮ ਛੱਡ ਕੇ
प्रभु सिमरन का उपदेश करन दी गल साफ लफ्ज़ां विच स्पष्ट तौर तो पृथक रूप दे विच इस शब्द विच आख रहे हैं, क्योंकि भगती वास्ते इन्हां गल्लां दी लोड़ भगत कबीर साहब नहीं समझते। फिर गल नूं समझ लेना, प्राणायाम योग अभ्यास के जिहड़े आसन ने परमात्मा की भगती वास्ते इन्हां दी कोई थां नहीं है भगत कबीर साहब जी के मुताबिक। कई बार बहुत सारे सिख भी इस भुलेखे पै जाते हैं, बड़ी बड़ी वड्डी वड्डी व्याख्या करते हैं। फिर मैं बेनती करा, शरीर वास्ते प्राणायाम योग अभ्यास शरीर नूं सोधन वास्ते हो सकता है, पर मन नूं सोधन वास्ते करिया नहीं है। मन नूं साफ पवित्र पावन पाक करन वास्ते ये करिया नहीं है। इस करके भगत जी ने जिहड़ी विचार अगे दसी, कहन लगे, डंडा मुंदरा खिंता आधारी, हे जोगी कहते ने तू संसार दे विच भटक रहा है, तू भटकना विच पै के डंडा मुंदरा अते ये जिहड़ी खपनी जी पाई फिरदा है खिंता, खिंता हुंदी है वो झोली जिस विच जोगी भिख्या पाउंदा है, वो गोदड़ी पाउंदा जिहड़ी शरीर दे उत्ते। आधारी का अर्थ हुंदा है जिस दे विच जोगी भिख्या मंग के पाउंदा है। डंडा मुंदरा खिंता आधारी, भ्रम कै पाए पवै भेगतारी। भगत कबीर साहब जी कहन लगे, कहन तू भटकना विच पै के ये सारा काम कर रहा, तैनूं एक भुलेखा बहुत बड़ी भटकना विच जी रहा तो ये सारियां क्रियावां कर रहा, झोली आदिक दा धार्मिक बाणा पा के कुराहे पै गया है, तैनूं लगदा भी ये बाणा पा लिया मैं धार्मिक हो गया। और कई बार बंदा सहज सुभाव सुन भी मेरे को तो हुण धार्मिक बाणा आ गया, ये मैं धर्मी हो गया। पर गुरबाणी कहती धार्मिक बाणे पाण दे नाल कोई धार्मिक नहीं हो जाता। धार्मिक तो धर्म नूं समझ के होया जा सकता। जे धर्म की समझ नहीं आई, सच की समझ नहीं आई, तो केवल भेख धारण करना, कोई क्रिया नूं धर्म की क्रिया नूं अपने जीवन नाल जोड़ लेना, उस दे नाल कल्ला धर्मी नहीं होया जा सकता। जे आपां भी कहिए ना भी कोई बंदा धर्म की क्रिया नूं अपने नाल जोड़ लवे तो जरूरी नहीं कि वह धर्मी होएगा। बहुते पाखंडी ही होंदे हैं, बहुते कर्मकांडी ही होंदे हैं, क्योंकि जो अज असी समाज च संसार च देख रहे हैं ना, देखण नूं पहनावे तो लगता है भी ये धर्मी है, और जिस जिस धर्म का पहनावा पाया असी कहते उस धर्म का धारनी। कल तो एक वीडियो बड़ी वायरल हो रही है जिस दे विच एक रागी जत्थे ने, नामवर रागी जत्था, तो उसने कृष्ण जी के बारे गुरुद्वारे दे विच बैठ के और एक धारणा बना के गायन की, और उस बंदे ने फिर सिपाही पता तरक्की दी। कहन दरबार साहब का रागी जत्था उत्थे आया सी, ते उस जत्थे ने शब्द पढ़िया सी, छड़ सिंघासन हरजी आए, भाई गुरदास जी की वार है। जिहड़ी अथॉरिटी है सानू बाणी गाउण की रहत मर्यादा दे विच, वो दरबार साहब की जो मर्यादा है, जो अकाल तख्त साहब तो 1947 दे विच तक पूर्ण तौर तो हर सिख कोल पहुँचाने का यतन किया भी हर सिख एक मर्यादा विच बजे। उहदे विच साफ साफ लिखिया होया कि भाई गुरदास जी की वार, भाई गुरदास जी की बाणी, भाई नंद लाल जी की बाणी, गुरु ग्रंथ साहब की बाणी, ये गुरु घर दे विच गाई जा सकती है। पर उत्थे किते नहीं लिखिया कि कोई धारणा बना के अपनी मनमर्जी की, कोई गीत बना के अपनी मनमर्जी का गुरु के दर ते गाया जा सके। पर भाला भेख वेखांगे तो आपां कहांगे भी ये तो बड़े गुरमुख ने। सो कहने का मकसद है कि कई बारी बाहर का भेग पा के मनुख नूं धर्मी होने का भुलेखा पै जाना वखरा बात है, वखरी गल है। असल धर्मी होना का अर्थ है धर्म नूं समझ लेना। जिहड़े बंदे ने सिੱਖੀ नूं समझिया नहीं, सिੱਖੀ धर्म की विचारधारा नूं नहीं समझिया, उन्होंने किवें कहोगे भी ये सिख है। इस तरह जिसने केवल बाहर के हार श्रृंगार कर लिया धर्मी,
भगत कबीर साहब कहते हैं कि किसी ने भटकना विच पै के डंडा रख लिया, मुंदरा पा ली, खपनी पा ली, झोली आदिक दा धार्मिक बाणा पा के कुराए पै गया। कुराए का अर्थ हुंदा सही राह तो उल्ट राह चलना। अपने सही राह नूं, सही रस्ते नूं त्याग के और जो गलत रस्ते दे उत्ते तुरना। असीं संसार विच बहुत सारे लोग ने जिहड़े सही रस्ते नूं छड्ड के गलत रस्ते नूं अपना के अपनी जिंदगी नूं जी रहे हैं। भगत जी कहंदे इस ढंग दे नाल हे जोगी रब दी प्राप्ति नहीं होनी, परमेश्वर दे नाल साझ नहीं जे बननी। फिर कहन लगे, कहंदे जे संसार विच तू आया, जे तू जाचै सो त्रिभुवन जोगी, त्रिभुवन भोगी, कह कबीर केसो जग जोगी। कहंदे जोग अभ्यास ते प्राणायाम दे जिहड़े नाटक चेटक विखा के अजਿਹੀ माया तू मंगदा फिरदा उसनूं तां सारे जगत दे जीव भोग रहे हैं, जिहड़ी माया तू मंगदा फिरदा। देखो ना गुरु साहब ने ताई जदों गुरु नानक पातशाह भी जोगियां नाल, क्योंकि सब तो वध जोगियां नाल बाबे नानक दी चर्चा हुई है। कदी गोरख मते विच चर्चा हुंदी है, कदी गुरु साहब जी दखण विच जांदे ने, उत्थे चर्चा हुंदी जिथे गुरु साहब ने तिलगंजी गुरुद्वारा बनया होया। जदों तुसीं जाओ ना, जिथे कि कोडा भील दी थां बनी हुई, उस तो अगे जाओ तो उत्थे रस्ते विच तिलगंजी नाम का गुरुद्वारा गुरु साहब जी का वो स्थान है। उत्थे जोगियां नाल विचार चर्चा हुंदी है, जिथे गुरु नानक पातशाह ने तिल वंडिया सी। उस तो बाद सुमेर पर्वत ते गुरु नानक पिता महाराज की चर्चा हुंदी है, अचल बटाले गुरु नानक पातशाह की चर्चा हुंदी है। होर कई बारी गुरु नानक पातशाह दे नाल बार बार उन्हां नाल चर्चा हुंदी है, विचार हुंदी है। और गुरु साहब जी उन्होंने दसदे कि असल च धर्म की है। भगत कबीर साहब जी ने इस गल नूं नेड़े होकर वेख्या कि जोग अभ्यास ते प्राणायाम दे नाटक चेटक विखा के लोग बड़े प्रभावित होंदे ने जदों कोई प्राणायाम करके विखांदा है, कोई जोग अभ्यास के आसन करके विखांदा। देखो मैनूं इतना कुंडली आसन आउंदा, मैनूं फलाना आसन आउंदा, मैं ये आसन आउंदा। असीं कहंदे असीं तां नहीं जी कर सकदे, ये तां बड़ा ज्ञानमान है, बड़ी समझ रखदा है। असीं बाहरले फोके ज्ञान ते फोके समझ दे उत्ते बड़े छेती फिसल जांदे हैं। ते वो की करदा कि जदों लोकां नूं ये नाटक चेटक विखांदा सी ते वो माया इकट्ठी करदा सी, माया मंगदा सी। ते भगत जी कहंदे जिहड़ी माया तू मंगदा फिरदा है ना, उस माया नूं तां सारा संसार भोग रहा है। ताई गुरु नानक पातशाह ने कहा सी, रहे अतीत ग्रस्त तज उन्हों के कर मंगल जे। की होया तुसी घर बार छड़ दिता, परिवार छड़ दिता, बच्चे छड़ दिते और गृहस्तियां नूं तुसी निंदे हो ते अपने आप नूं अतीत कहंदे हो। पर तुहाडे अतीत कहण दा कोई लाभ नहीं। जिन्हां नूं तुसी निंदे हो, जिन्होंने तुसी कहते हो कि गृहस्थी जीवन तो ये गिल्ली लक्कड़ नूं घुन लग्या होया है, तो बाद दे विच उन्हां कोल ही मंगण वास्ते जांदे हो। क्योंकि जोगी कहते सन कि जिहड़ा गृहस्थ जीवन है ना, वो गिल्ली लक्कड़ नूं घुन लग्या होया है। छेती करके गिल्ली लक्कड़ होवे ना, उन्होंने घुन नहीं लगता। जिहड़ी गिल्ला रुख हुंदा उन्होंने घुन नहीं लगता। पर वो कहते गृहस्थी जीवन जिहड़ा असल में किसी गिल्ली लक्कड़ नूं घुन लगता है। बड़े निंदे सन जोगी लोग, तो गुरु नानक पातशाह ने उन्होंने ताड़ना की भी तुसी जे निंदे हो तो अपनी कृत करो ना। एक पासे निंदे हो, फिर उन्हां दे घर मंगण वास्ते तुर पैंदे हो। रहे अतीत ग्रस्त तज उन्हों के घर मंगण जाए, फिर उन्हां दे घर मंगण वास्ते चले जाते हो। गुजारा तुहाडा उन्हां दे करके हुंदा है, गृहस्तियां करके। जिन्हां गृहस्तियां नूं, जिन्हां परिवार वालियां नूं, जिन्हां किरती लोकां नूं तुसीं निंदे हो, आप कृत करनी कोई नहीं। देखो गुरमत का जिहड़ा सिद्धांत है, ये मानवता नूं अमीर करन वास्ते है। मान लो कि सारे जोगी बन जाण, सारे लोग बेलड़ बन जाण, देश का की बनेगा? बेलड़ लोगों के नाल ते गुजारा नहीं ना चलना संसार का। सारे बेलड़ हो जाण, सारे घर बार त्याग देन। कि गृहस्थी जीवन जिहड़ा रब ने सानू दिता है, जिहड़ा एक विधान बनाया है कि उस मालक की कुदरत नूं रोकण वाला काम नहीं। क्योंकि रब ने एक ऐसी कुदरत बनाई है जिस कुदरत के अधीन आपां जीवना चाहिए सानू, और असी जींदे हाँ जो गुरु साहब ने सानू बख्शिया। क्योंकि जिहड़े 3 असूल बाबे नानक ने साडी झोली पाए, वो कुदरत नूं
ਨਮਸਕਾਰ ਕਾਦਰ ਨੂੰ ਨਮਸਕਾਰ ਹੈ, ਕਿਉਂਕਿ ਕੁਦਰਤ ਕਿਰਤ ਕਰਾਂਗੇ ਤੇ ਕੁਦਰਤ ਦੇ ਰਾਹੀਂ ਸਾਨੂੰ ਜੋ ਕੁਝ ਪ੍ਰਾਪਤ ਹੋਏਗਾ ਅਸੀਂ ਕਾਦਰ ਨੂੰ ਨਮਸਕਾਰ ਕਰਾਂਗੇ, ਮਹਾਰਾਜ ਤੇਰੀ ਕਿਰਪਾ ਹੋਈ ਹੈ। ਔਰ ਫਿਰ ਸਾਨੂੰ ਜਾਂਚ ਆਵੇਗੀ ਇਸ ਕੁਦਰਤ ਨੂੰ ਦੇਖ ਕੇ ਵੀ ਕੁਦਰਤ ਕਿਤਨਾ ਕੁ ਵੰਡ ਰਹੀ ਹੈ ਸਾਨੂੰ, ਅਸੀਂ ਵੀ ਵੰਡੀਏ, ਅਸੀਂ ਕੁਦਰਤ ਦਾ ਹਿੱਸਾ ਹਾਂ। ਇਸ ਕਰਕੇ ਸਾਨੂੰ ਵੰਡਣ ਦਾ ਤੀਜਾ ਗੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਕੀ ਲਾਭ ਹੋਇਆ ਤੁਹਾਡਾ ਕਿ ਤੁਸੀਂ ਇਹ ਯੋਗ ਅਭਿਆਸ ਦੇ ਨਾਟਕ ਚੇਟਕ ਕਰਦੇ ਹੋ, ਮਾਇਆ ਮੰਗਦੇ ਫਿਰਦੇ ਹੋ, ਮਾਇਆ ਇਕੱਠੀ ਕਰਦੇ ਹੋ। ਇਹ ਮਾਇਆ ਜਿਹੜੀ ਮਾਇਆ ਪਿੱਛੇ ਤੁਸੀਂ ਦੌੜ ਰਹੇ ਹੋ, ਇਹ ਮਾਇਆ ਤਾਂ ਸਾਰਾ ਸੰਸਾਰ ਭੋਗ ਰਿਹਾ। ਤੇ ਕਹਿਣ ਲੱਗੇ ਕਹਿ ਕਬੀਰ ਕੇਸੋ ਜਗ ਜੋਗੀ। ਭਗਤ ਕਬੀਰ ਸਾਹਿਬ ਜੀ ਆਖ ਰਹੇ ਨੇ, ਕਹਿੰਦੇ ਨੇ ਹੇ ਜੋਗੀ, ਜਗਤ ਵਿੱਚ ਮੰਗਣ ਯੋਗ ਇੱਕ ਪ੍ਰਭੂ ਦਾ ਨਾਮ ਹੀ ਹੈ, ਬਾਕੀ ਤਾਂ ਸਾਰੀਆਂ ਚੀਜ਼ਾਂ ਵਿਅਰਥ ਹਨ। ਜੇ ਮੰਗਣਾ ਤਾਂ ਪਰਮਾਤਮਾ ਦਾ ਨਾਮ, ਪਰਮੇਸ਼ਰ ਦੀ ਬੰਦਗੀ, ਕਿਉਂਕਿ ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ। ਜੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੱਚੇ ਪਾਤਸ਼ਾਹ ਮੈਂ ਕੀ ਮੰਗਾ, ਕੋਈ ਚੀਜ਼ ਇੱਥੇ ਥਿਰ ਰਹਿਣ ਵਾਲੀ ਨਹੀਂ, ਇਸ ਕਰਕੇ ਮੈਂ ਤੇਰੇ ਕੋਲੋਂ ਨਾਮ ਦੀ ਦਾਤ ਮੰਗਦਾ। ਭਗਤ ਜੀ ਕਹਿੰਦੇ ਨੇ ਉਸ ਪਰਮੇਸ਼ਰ ਕੋਲੋਂ ਅਕਾਲ ਪੁਰਖ ਵਾਹਿਗੁਰੂ, ਕੇਸੋ ਦਾ ਅਰਥ ਹੈ ਪਰਮਾਤਮਾ ਦਾ ਨਾਮ ਮੰਗਣਾ ਹੀ ਹੈ ਜੋਗੀ ਸਾਨੂੰ ਚਾਹੀਦਾ, ਕਿਉਂਕਿ ਉਹ ਨਾਮ ਹੀ ਸਾਡੀ ਜ਼ਿੰਦਗੀ ਦਾ ਆਧਾਰ ਹੈ। ਜੋ ਮੰਗਣਯੋਗ ਚੀਜ਼ ਹੈ ਨਾ ਸੰਸਾਰ ਵਿੱਚੋਂ, ਪ੍ਰਭੂ ਕੋਲੋਂ, ਪਰਮੇਸ਼ਰ ਕੋਲੋਂ, ਉਹ ਕੇਵਲ ਨਾਮ ਹੈ। ਬਾਕੀ ਚੀਜ਼ਾਂ ਜਿਹੜੀਆਂ ਅਸੀਂ ਮੰਗਦੇ ਹਾਂ ਜਾਂ ਬਾਕੀ ਚੀਜ਼ਾਂ ਜਿਹੜੀਆਂ ਨੇ, ਗੁਰਮਤਿ ਕਹਿੰਦੀ ਹੈ ਜੇ ਤੂੰ ਉਸ ਮਾਲਕ ਦੇ ਨਾਮ ਨਾਲ ਜੁੜ ਜਾਏ ਤਾਂ ਸਭੇ ਥੋਕ ਪ੍ਰਾਪਤੇ ਜੇ ਆਮੈ ਇੱਕ ਹੱਥ। ਜੇ ਰੱਬ ਤੇਰੇ ਹੱਥ 'ਚ ਆ ਗਿਆ, ਰੱਬ ਨਾਲ ਤੇਰੀ ਸਾਂਝ ਬਣ ਗਈ, ਤਾਂ ਬਾਕੀ ਤਾਂ ਸਭ ਥੋਕ 'ਚ ਹੀ ਪ੍ਰਾਪਤ ਹੋ ਜਾਣਾ। ਬਾਕੀ ਨੂੰ ਮੰਗਣ ਦੀ ਲੋੜ ਨਹੀਂ ਪਏਗੀ। ਜਿਵੇਂ ਕੋਈ ਬੱਚਾ ਆਗਿਆਕਾਰੀ ਹੁੰਦਾ ਨਾ, ਮਾਂ ਪਿਓ ਸਭ ਕੁਝ ਦੇ ਦਿੰਦੇ ਨੇ, ਇਸ ਤਰ੍ਹਾਂ ਜਿਹੜਾ ਅਕਾਲ ਪੁਰਖ ਦਾ ਆਗਿਆਕਾਰੀ ਪੁੱਤ ਕੋਈ ਬਣ ਜਾਂਦਾ ਹੈ, ਕੋਈ ਹੁਕਮੀ ਸੇਵਕ ਬਣ ਜਾਂਦਾ, ਉਹਦੇ ਹੁਕਮ ਨੂੰ ਮੰਨਣ ਵਾਲਾ ਬਣ ਜਾਂਦਾ, ਫਿਰ ਰੱਬ ਜੋ ਉਹਨੂੰ ਚਾਹੀਦਾ ਸਮਾਂ ਸਮਾਂ ਸਿਰ ਉਹਨੂੰ ਸਾਰਾ ਕੁਝ ਪਹੁੰਚਾ ਦਿੰਦਾ, ਉਹਨੂੰ ਸਾਰਾ ਕੁਝ ਮਿਲ ਜਾਂਦਾ। ਪਰ ਇਹ ਹੈ ਵਿਧਾਨ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦੱਸਿਆ, ਇਸ ਵਿਧਾਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ। ਕੇਵਲ ਯੋਗ ਅਭਿਆਸ ਜਾਂ ਪ੍ਰਾਣਾਯਾਮ ਦੇ ਆਸਨ ਇਹ ਜਿਹੜੇ ਨੇ, ਇਹਨਾਂ ਨੂੰ ਇਹ ਨਾ ਸਮਝੀ ਵੀ ਇਹਨਾਂ ਦੇ ਨਾਲ ਰੱਬ ਦੀ ਪ੍ਰਾਪਤੀ ਹੋ ਜਾਏਗੀ ਜਾਂ ਸਾਡਾ ਮਨ ਨਿਰਮਲ ਹੋ ਜਾਏਗਾ। ਨਾ ਮਨ ਨਿਰਮਲ ਹੋਣਾ, ਨਾ ਰੱਬ ਦੀ ਪ੍ਰਾਪਤੀ ਹੋਣੀ। ਕੇਵਲ ਇਹ ਪਾਖੰਡ ਹੈ, ਭਗਤ ਕਬੀਰ ਸਾਹਿਬ ਕਹਿੰਦੇ ਨੇ। ਔਰ ਇਹ ਕੇਵਲ ਪਾਖੰਡ ਕਰਕੇ ਅਸੀਂ ਆਪਣੇ ਪਰਮਾਤਮਾ ਦੀ ਬੰਦਗੀ ਤੋਂ ਮੁਨਕਰ ਨਾ ਹੋਈਏ, ਸਗੋਂ ਪਰਮਾਤਮਾ ਦਾ ਨਾਮ ਜਪੀਏ। ਛੋੜ ਕਪਟ ਨਿਤ ਹਰ ਭਜ ਬਵਰੇ, ਹੈ ਝੱਲੇ ਜੋਗੀ। ਇੱਕ ਪਾਖੰਡ ਛੱਡ ਕੇ ਨਾ ਨਿੱਤਾ ਪ੍ਰਤੀ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਿਆ ਕਰ, ਪਰਮਾਤਮਾ ਦਾ ਸਿਮਰਨ ਕਰਿਆ ਕਰ। ਹਾਂ, ਜੇ ਕਿਸੇ ਨੇ ਯੋਗ ਅਭਿਆਸ ਕਰਨਾ ਹੈ, ਆਸਨ ਕਰਨੇ, ਸਰੀਰ ਨੂੰ ਸੋਧਣ ਵਾਸਤੇ, ਸਰੀਰ ਨੂੰ ਫਿੱਟ ਰੱਖਣ ਵਾਸਤੇ ਹੋ ਸਕਦਾ, ਪਰ ਸਾਡਾ ਮਨ ਇਹਨਾਂ ਨਾਲ ਫਿੱਟ ਨਹੀਂ ਰਹੇਗਾ, ਰੱਬ ਦੀ ਪ੍ਰਾਪਤੀ ਨਹੀਂ ਹੋਏਗੀ। ਜੇ ਅਸੀਂ ਚਾਹੁੰਦੇ ਕਿ ਸੱਚ ਦੀ ਪ੍ਰਾਪਤੀ ਹੋਵੇ, ਫਿਰ ਸੱਚੇ ਗੁਰੂ ਕੇ ਗਿਆਨ ਨਾਲ ਜੁੜਨਾ ਪਏਗਾ, ਗੁਰੂ ਕੇ ਸ਼ਬਦ ਨਾਲ ਜੁੜਨਾ ਪਏਗਾ। ਔਰ ਜਿਹੜਾ ਸ਼ਬਦ ਨਾਲ ਜੁੜ ਜਾਂਦਾ ਹੈ, ਗੁਰੂ ਦਾ ਗਿਆਨ ਲੈ ਲੈਂਦਾ ਹੈ, ਪਰਮਾਤਮਾ ਦੀ ਬੰਦਗੀ ਕਰਦਾ ਹੈ, ਉਸਦੇ ਹੋ ਜਾਂਦੇ ਨੇ ਫਿਰ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲੇ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਧਨ ਕਰੋ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।